ਤੇ ਚੋਣ ਪ੍ਰਚਾਰ ਵਿਚਾਲੇ ਬੁੱਧਵਾਰ ਨੂੰ ਬਨਾਰਸ ਜਾਣਗੇ ਸੀਐਮ ਚਰਨਜੀਤ ਸਿੰਘ ਚੰਨੀ। ਭਗਤ ਰਵਿਦਾਸ ਜੀ ਦੀ ਜਯੰਤੀ ਮੌਕੇ ਬਨਾਰਸ ਚ ਹੋਣਗੇ ਨਤਮਸਤਕ। ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਨੇ ਜਾਰੀ ਕੀਤਾ ਚੋਣ ਮੈਨੀਫੈਸਟੋ। ਸੁਖਬੀਰ ਨੇ ਪਾਰਦਰਸ਼ੀ ਤੇ ਜਵਾਬਦੇਹੀ ਵਾਲੀ ਸਰਕਾਰ ਦੇਣ ਦਾ ਭਰਿਆ ਦਮ ਕਿਹਾ, ਮੈਨੀਫੈਸਟੋ ਨਹੀਂ ਪੰਜਾਬ ਦੇ ਭਲੇ ਲਈ ਇਹ ਸਾਡੀ ਵਚਨਬੱਧਤਾ। ਲੁਧਿਆਣਾ 'ਚ ਕੇਜਰੀਵਾਲ ਨੇ ਕੀਤਾ ਰੋਡ ਸ਼ੋਅ, ਪੰਜਾਬੀਆਂ ਨੂੰ ਦਿੱਤੀ ਗਰੰਟੀ, ਕਿਹਾ ਸੁਰੱਖਿਆ ਸਭ ਤੋਂ ਵੱਡਾ ਮੁੱਦਾ, ਆਪ ਨੂੰ ਇੱਕ ਮੌਕਾ ਦੇਣ ਦੀ ਕੀਤੀ ਅਪੀਲ। ਜੇਪੀ ਨੱਡਾ ਤੇ ਰਾਜਨਾਥ ਸਿੰਘ ਨੇ ਵੀ ਬੀਜੇਪੀ ਉਮੀਦਵਾਰਾਂ ਲਈ ਕੀਤਾ ਚੋਣ ਪ੍ਰਚਾਰ, ਕਿਹਾ ਬੀਜੇਪੀ ਹੀ ਪੰਜਾਬ ਨੂੰ ਬਣਾ ਸਕਦੀ ਹੈ ਖੁਸ਼ਹਾਲ, ਲੋਕਾਂ ਤੋਂ ਸਰਕਾਰ ਬਣਾਉਣ ਲਈ ਮੰਗਿਆ ਸਹਿਯੋਗ। ਪ੍ਰਿਯੰਕਾ ਗਾਂਧੀ ਨੇ ਅੰਮ੍ਰਿਤਸਰ ਤੇ ਰੋਪੜ 'ਚ ਕੀਤੇ ਰੋਡ ਸ਼ੋਅ, ਨਵਜੋਤ ਸਿੱਧੂ ਤੇ ਵਰਿੰਦਰ ਢਿੱਲੋਂ ਲਈ ਮੰਗੀਆਂ ਵੋਟਾਂ। ਰਾਹੁਲ ਗਾਂਧੀ ਨੇ ਬਰਨਾਲਾ, ਰਾਜਪੁਰਾ ਤੇ ਮਾਨਸਾ 'ਚ ਸੰਭਾਲਿਆ ਮੋਰਚਾ। ਸੁਖਬੀਰ ਬਾਦਲ ਨੇ ਵੀ ਪਖਾਈ ਚੋਣ ਮੁਹਿੰਮ, ਮੋਹਾਲੀ ਤੇ ਘਨੌਰ 'ਚ ਪਾਰਟੀ ਉਮੀਦਵਾਰਾਂ ਲਈ ਕੀਤਾ ਪ੍ਰਚਾਰ, ਕਿਹਾ ਬਾਰੀਆਂ ਦੀ ਥਾਂ ਅਕਾਲੀ ਦਲ ਦੀ ਚੁਣੋ ਸਰਕਾਰ। ਰਾਘਵ ਚੱਡਾ ਨੇ ਸੀਐਮ ਚਰਨਜੀਤ ਸਿੰਘ ਚੰਨੀ ਦੇ ਹਲਕੇ 'ਚ ਕੀਤਾ ਰੋਡ ਸ਼ੋਅ। ਆਪ ਉਮੀਦਵਾਰ ਡਾਕਟਰ ਚਰਨਜੀਤ ਦੀ ਵੱਡੀ ਜਿੱਤ ਦਾ ਕੀਤਾ ਦਾਅਵਾ, ਕਿਹਾ ਆਪ ਦੀ ਬਣੀ ਸਰਕਾਰ ਤਾਂ ਸਾਰੇ ਮਸਲੇ ਹੋਣਗੇ ਹੱਲ। ਕਾਂਗਰਸ ਦੇ ਪ੍ਰਚਾਰ ਲਈ ਰਾਹੁਲ ਤੇ ਪ੍ਰਿਯੰਕਾ ਗਾਂਧੀ ਨੇ ਪੰਜਾਬ 'ਚ ਮੋਰਚਾ ਸੰਭਾਲਿਆ ਹੋਇਆ। ਰਾਹੁਲ ਗਾਂਧੀ ਨੇ ਰਾਜਪੁਰਾ, ਬਰਨਾਲਾ ਤੇ ਮਾਨਸਾ ਚੋਣ ਰੈਲੀਆਂ ਕੀਤੀਆਂ, ਜਦਕਿ ਪ੍ਰਿਯੰਕਾ ਗਾਂਧੀ ਨੇ ਅੰਮ੍ਰਿਤਸਰ ਪੂਰਬੀ ਹਲਕੇ 'ਚ ਨਵਜੋਤ ਸਿੱਧੂ ਲਈ ਰੋਡ ਸ਼ੋਅ ਕਰਕੇ ਸਮਰਥਨ ਜੁਟਾਇਆ। ਰੋਪੜ 'ਚ ਵੀ ਪ੍ਰਿਯੰਕਾ ਗਾਂਧੀ ਵੱਲੋਂ ਵਰਿੰਦਰ ਢਿੱਲੋਂ ਦੇ ਹੱਕ 'ਚ ਰੋਡ ਸ਼ੋਅ ਕੀਤਾ ਗਿਆ। ਪ੍ਰਿਯੰਕਾ ਗਾਂਧੀ ਨੇ ਪੰਜਾਬ ਨਾਲ ਆਪਣੇ ਰਿਸ਼ਤੇ ਨੂੰ ਜੋੜਦਿਆਂ ਕਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਹਨਾਂ ਦੇ ਬੱਚਿਆਂ ਦੀਆਂ ਰਗਾਂ 'ਚ ਪੰਜਾਬੀ ਖੂਨ ਹੈ। ਸੋ 5 ਤਸਵੀਰਾਂ ਦੇ ਜ਼ਰੀਏ ਅਸੀਂ ਕਾਂਗਰਸ ਦੀਆਂ ਅੱਜ ਸਿਆਸੀ ਸਰਗਰਮੀਆਂ, ਚੋਣ ਸਰਗਰਮੀਆਂ ਦਿਖਾ ਰਹੇ ਹਾਂ। ਮਾਨਸਾ 'ਚ ਰਾਹੁਲ ਗਾਂਧੀ ਚੋਣ ਪ੍ਰਚਾਰ ਕਰਦੇ ਰਹੇ, ਬਰਨਾਲਾ ਦੇ ਵਿੱਚ ਰਾਹੁਲ ਗਾਂਧੀ ਨੇ ਚੋਣ ਪ੍ਰਚਾਰ ਕੀਤਾ, ਰੋਪੜ ਤੇ ਅੰਮ੍ਰਿਤਸਰ ਦੇ ਵਿੱਚ ਪ੍ਰਿਯੰਕਾ ਗਾਂਧੀ ਵੱਲੋਂ ਰੋਡ ਸ਼ੋਅ ਕੱਢੇ ਗਏ ਤੇ ਖਰੜ ਦੇ ਵਿੱਚ ਸੀਐਮ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਰੋਡ ਸ਼ੋਅ ਨਾਲ ਸ਼ੁਰੂਆਤ ਕੀਤੀ। ਲੱਗਣਾ ਚਾਹੀਦਾ ਕਿ ਰਾਜਪੁਰੇ 'ਚ ਰਾਹੁਲ ਜੀ ਪਹੁੰਚ ਗਏ ਔਰ ਲੋਕ ਤਕੜੇ ਹੋ ਕੇ ਜੈਕਾਰਾਂ ਦੀ ਗੂੰਜ ਦੇ ਨਾਲ ਕੋਈ ਫੋਟੋ ਲੈ ਰਿਹਾ। अपनी सरकार बनाओ, अपनी सरकार बनाओ। कोई नई राजनीति आपको, कोई नई राजनीति आपको आम आदमी पार्टी नहीं देगी। मैं दिल्ली की वासी हूँ, मैं बता रही हूँ आपको, कोई नई राजनीति नरेंद्र मोदी जी नहीं देंगे। नई राजनीति ये खड़ी है, ये खड़ी है नई राजनीति, जिन्होंने 111 दिन में इतने निर्णय लिए, हिम्मत वाले निर्णय लिए, किसके लिए? पंजाब की जनता के लिए, पंजाबियों के लिए। ये जो बाहर से आते हैं, बाहर से जो आते हैं आपके पंजाब में और आपको पंजाबियत की बात बताते हैं, उनको सिखाइए कि पंजाबियत क्या है। ये मेरा ससुराल है पंजाब। ओ भाई पंजाबियों की नो है प्रियंका गांधी, साडी पंजाबण है, पंजाबियों की बहू है, इसलिए तगड़े हो गए, एक पासे हो जाओ पंजाबियों। मैं यहां जो मेरे दिल में होता है मैं कह देता हूं। आप मेरे भाषण देख लो, मैं आपको झूठा वायदा नहीं कर सकता। मेरे कोई भी भाषण आप देख लो, 2004 से मैं राजनीति में हूं, एक भाषण दिखा दो झूठा, जहां मैं झूठा वायदा कर रहा हूं। नरेंद्र मोदी जी ने आपसे कहा 2 लाख युवाओं को साल में रोजगार दे दूंगा, मिल गया? मिला? 15 लाख रुपए मिल गए ना? केजरीवाल जी कहते हैं मोहल्ला क्लिनिक खोली हमने दिल्ली में। सच्चाई मैं आपको बताता हूं, मोहल्ला क्लिनिक शीला दीक्षित और कांग्रेस पार्टी ने खोली, और मोहल्ला क्लिनिक की सच्चाई कोरोना के समय सिर्फ दिल्ली ने नहीं पूरी दुनिया ने देखी है।
ਤੇ ਸੀਐਮ ਚਰਨਜੀਤ ਸਿੰਘ ਚੰਨੀ ਨੇ ਅੱਜ ਅਨੰਦਪੁਰ ਸਾਹਿਬ 'ਚ ਰਾਣਾ ਕੇਪੀ ਸਿੰਘ ਦੇ ਹੱਕ 'ਚ ਵੀ ਚੋਣ ਪ੍ਰਚਾਰ ਕੀਤਾ। ਸੀਐਮ ਨੇ ਇੱਕ ਰੋਡ ਸ਼ੋਅ ਕਰਕੇ ਰਾਣਾ ਕੇਪੀ ਦੇ ਹੱਕ ਸਮਰਥਨ ਜੁਟਾਇਆ। ਸੀਐਮ ਨੇ ਕਿਹਾ ਕਿ ਇਸ ਵਾਰ ਰੋਪੜ ਜ਼ਿਲ੍ਹੇ ਦੇ ਹੱਥ ਪੰਜਾਬ ਦੀ ਕਮਾਨ ਹੋਏਗੀ ਤੇ ਇਸ ਹਲਕੇ ਦਾ ਚੌਪੱਖੀ ਵਿਕਾਸ ਹੋਏਗਾ। ਸੀਐਮ ਨੇ ਕਿਹਾ ਕਿ ਅਨੰਦਪੁਰ ਸਾਹਿਬ ਨੂੰ ਆਈਟੀ ਹੱਬ ਬਣਾਇਆ ਜਾਏਗਾ ਤੇ ਸਰਕਾਰ ਆਉਣ ਤੇ ਰਾਣਾ ਕੇਪੀ ਨੂੰ ਹੋਰ ਵੀ ਵੱਡੀ ਜ਼ਿੰਮੇਵਾਰੀ ਦਿੱਤੀ ਜਾਏਗੀ। बड़ा धन्यवादी हाँ कि बहुत बड़े जोश के नाल वड्डी गिनती दे विच पत्रकार भी देखे आए थे भी अगे नंगल वाल भी लोग इकट्ठे हुए बहुत एक पासे नो इलाका होकर तुर पिया बल्कि पूरा पंजाब आज एक पासे नो तुर पिया कांग्रेस पार्टी नूं जिताना चाहता है ते रोपड़ जिले नूं मुख्यमंत्री की पग देना चाहता है जिहड़ी कि तुहाडे सिर ते बन होनी। मैं थोड़ा अगली खुशखबरी देना चाहता है कि राणा जी ने पिछली बार स्पीकर बनाया सी सब तो बड़ी कुर्सी उन्हें स्पीकर दी लेकिन ऐसी ऐसी स्पीकर की कुर्सी नहीं लेनी डिप्टी सीएम आना राणा के ਤੇ ਸ਼੍ਰੋਮਣੀ ਅਕਾਲੀ ਦਲ ਨੇ 2022 ਦੀ ਚੋਣਾਂ ਲਈ ਆਪਣੇ ਵਾਅਦਿਆਂ ਦਾ ਪਟਾਰਾ ਖੋਲ੍ਹ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਆਪਣਾ ਮੈਨੀਫੈਸਟੋ ਜਾਰੀ ਕੀਤਾ ਗਿਆ ਜਿਸ 'ਚ ਪੰਜਾਬੀਆਂ ਲਈ ਕਈ ਵੱਡੇ ਵਾਅਦੇ ਕੀਤੇ ਗਏ ਨੇ। ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਪਣਾ ਮੈਨੀਫੈਸਟੋ ਰਸਮੀ ਤੌਰ ਤੇ ਜਾਰੀ ਕਰ ਦਿੱਤਾ ਹੈ। ਚੰਡੀਗੜ੍ਹ 'ਚ ਮੈਨੀਫੈਸਟੋ ਜਾਰੀ ਕਰਦਿਆਂ ਸੁਖਬੀਰ ਬਾਦਲ ਨੇ ਪੰਜਾਬੀਆਂ ਲਈ ਕਈ ਵੱਡੇ ਐਲਾਨ ਕੀਤੇ ਨੇ। ਇਸ ਮੈਨੀਫੈਸਟੋ 'ਚ ਸੁਖਬੀਰ ਬਾਦਲ ਨੇ ਪੈਨਸ਼ਨ ਸਕੀਮ ਦੀ ਰਾਸ਼ੀ 2500 ਤੋਂ ਵਧਾ ਕੇ 3100 ਰੁਪਏ ਕਰਨ, ਸ਼ਗਨ ਸਕੀਮ 51000 ਤੋਂ ਵਧਾ ਕੇ 75000 ਕਰਨ, ਜਦਕਿ 5 ਸਾਲਾਂ 'ਚ 5 ਲੱਖ ਗਰੀਬਾਂ ਨੂੰ ਘਰ ਬਣਾਉਣ ਵਰਗੇ ਐਲਾਨ ਕੀਤੇ ਨੇ। 3100 ਰੁਪਇਆ ਪੈਨਸ਼ਨ ਕੀਤੀ ਜਾਊਗੀ ਪੰਜਾਬ ਵਿੱਚ। ਯਾਦ ਹੈ 15000 ਰੁਪਇਆ ਪਹਿਲੇ ਸ਼ਗਨ ਦਿੰਦੇ ਹੁੰਦੇ ਸੀ ਜੋ ਸ਼ੁਰੂ ਕੀਤੀ ਸੀ ਬਾਦਲ ਸਾਹਿਬ ਨੇ, ਹੁਣ 51000 ਹੈ ਤੇ ਅਸੀਂ ਵਧਾ ਕੇ 75000 ਰੁਪਇਆ ਇੱਕ ਸ਼ਾਦੀ ਲੜਕੀ ਦੀ ਸ਼ਾਦੀ ਵਾਸਤੇ ਦੇਵਾਂਗੇ। ਵਿਦਿਆਰਥੀਆਂ ਨੂੰ ਵੀ ਇਸ ਮੈਨੀਫੈਸਟੋ 'ਚ ਥਾਂ ਮਿਲੀ ਹੈ। ਵਿਦਿਆਰਥੀਆਂ ਨੂੰ ਵਿਦੇਸ਼ 'ਚ ਪੜ੍ਹਾਈ ਲਈ 10 ਲੱਖ ਦਾ ਸਟੂਡੈਂਟ ਕਾਰਡ ਬਣਾ ਕੇ ਦੇਣ ਅਤੇ ਹਰ 25000 ਦੀ ਆਬਾਦੀ ਪਿੱਛੇ 5000 ਬੱਚਿਆਂ ਦਾ ਮੈਗਾ ਸਕੂਲ ਖੋਲ੍ਹਣ ਵਰਗੇ ਮੁੱਦੇ ਵੀ ਮੈਨੀਫੈਸਟੋ ਦਾ ਹਿੱਸਾ ਬਣੇ ਨੇ। ਸਟੂਡੈਂਟ ਕਾਰਡ ਸਕੀਮ ਅਸੀਂ ਲੈ ਕੇ ਆ ਰਹੇ ਹਾਂ। ਜਿਹੜੇ ਬੱਚਾ ਬੱਚੀ ਨੇ ਕਿਤੇ ਵੀ ਐਡਮਿਸ਼ਨ ਲੈਣੀ ਹੈ ਹਿੰਦੁਸਤਾਨ 'ਚ, ਭਾਵੇਂ ਦਿੱਲੀ, ਭਾਵੇਂ ਚੰਡੀਗੜ੍ਹ, ਭਾਵੇਂ ਬੰਬੇ, ਭਾਵੇਂ ਬਾਹਰਲੇ ਮੁਲਕ, ਉਹਨਾਂ ਨੂੰ 10 ਲੱਖ ਰੁਪਏ ਦਾ ਸਟੂਡੈਂਟ ਕਾਰਡ ਬਣਾਇਆ ਜਾਊਗਾ। ਇਸ ਤੋਂ ਇਲਾਵਾ ਖੇਤੀਬਾੜੀ ਲਈ 10 ਰੁਪਏ ਪ੍ਰਤੀ ਲੀਟਰ ਸਸਤਾ ਡੀਜ਼ਲ, ਫਲ, ਦੁੱਧ ਅਤੇ ਸਬਜ਼ੀਆਂ ਤੇ ਐਮਐਸਪੀ ਸਣੇ ਹਰ ਮਹੀਨੇ 400 ਯੂਨਿਟ ਮੁਫਤ ਬਿਜਲੀ ਦੇਣ, ਠੇਕਾ ਮੁਲਾਜ਼ਮ ਪੱਕੇ ਕਰਨ ਅਤੇ ਮੁਲਾਜ਼ਮਾਂ ਤੇ ਦਰਜ ਕੇਸ ਰੱਦ ਕਰਨ ਦਾ ਟੀਚਾ ਵੀ ਮੈਨੀਫੈਸਟੋ 'ਚ ਰੱਖਿਆ ਗਿਆ। 400 ਯੂਨਿਟ ਬਿਜਲੀ ਦੇ ਜਿਹੜੇ ਉਹ ਅਸੀਂ ਹਰ ਪਰਿਵਾਰ ਵਾਸਤੇ ਐਸਸੀ, ਬੀਸੀ ਤੇ ਜਨਰਲ 400 ਯੂਨਿਟ ਬਿਜਲੀ ਦੇ ਹਰ ਮਹੀਨੇ ਉਹ ਪਹਿਲੇ ਫ੍ਰੀ ਹੋਣਗੇ। ਉਹਦੇ ਉੱਤੇ ਜੋ ਬਿੱਲ ਆਇਆ ਕਰੂਗਾ ਉਹਦੇ ਜਿਹੜਾ ਦਿੱਤਾ ਜਾਊਗਾ। ਮੈਂ ਅਗਲੇ 2 ਸਾਲਾਂ 3 ਸਾਲਾਂ ਦੇ ਅੰਦਰ ਅੰਦਰ ਆ ਸਬਸਿਡੀ ਖਤਮ ਕਰ ਦੇਣੀ ਹੈ। ਮੈਨੀਫੈਸਟੋ 'ਚ ਪੰਜਾਬ ਦੇ ਦਰਿਆਵਾਂ ਨੂੰ ਪ੍ਰਦੂਸ਼ਣ ਰਹਿਤ ਕਰਨ ਸਣੇ ਫਸਲਾਂ ਦੇ ਡਾਈਵਰਸੀਫਿਕੇਸ਼ਨ ਤੇ ਜ਼ੋਰ ਦੇਣ ਦੀ ਗੱਲ ਆਖੀ ਗਈ ਹੈ। ਇਸ ਤੋਂ ਇਲਾਵਾ 올림픽 'ਚ 골ਡ ਮੈਡਲ ਜਿੱਤਣ ਵਾਲੇ ਹਰ ਖਿਡਾਰੀ ਨੂੰ 7 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। ਸਪੋਰਟਸ ਦੇ ਤਰਫ ਪੂਰਾ ਧਿਆਨ ਦੇਣਾ। 10 ਖੇਡਾਂ ਚੁਣਾਂਗੇ ਪੰਜਾਬ ਦੀਆਂ ਤੇ ਮੈਂ ਪੂਰਾ ਜ਼ੋਰ ਲਾ ਕੇ ਅਗਲੇ 올림픽ਸ ਵਿੱਚ ਘੱਟ ਤੋਂ ਘੱਟ 30-40% ਇੰਡੀਅਨ ਟੀਮ ਆਪਣੇ ਪੰਜਾਬ ਤੋਂ ਖੜੀ ਕਰਨੀ ਹੈ ਤੇ ਜਿਹੜਾ 올림픽 ਮੈਡਲ ਜਿੱਤੂਗਾ 7 ਕਰੋੜ ਰੁਪਇਆ ਅਸੀਂ ਉਹਦਾ ਪ੍ਰਾਈਜ਼ ਮਨੀ ਰੱਖਾਂਗੇ। ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਰੇਤ ਅਤੇ ਸ਼ਰਾਬ ਦੀ ਕਾਰਪੋਰੇਸ਼ਨ ਬਣਾਉਣ, ਮਹਿਲਾਵਾਂ ਨੂੰ 2000 ਰੁਪਏ ਪ੍ਰਤੀ ਮਹੀਨਾ ਦੇਣ ਅਤੇ ਜਰਨਲ ਕੈਟਾਗਰੀ ਦੀਆਂ ਔਰਤਾਂ ਨੂੰ ਵੀ 2000 ਰੁਪਏ ਪ੍ਰਤੀ ਮਹੀਨਾ ਸਕੀਮ 'ਚ ਸ਼ਾਮਿਲ ਕਰਨ ਦਾ ਐਲਾਨ ਕੀਤਾ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤੇ ਪੰਜਾਬ 'ਚ ਕਾਂਗਰਸ ਨੇ ਚੋਣ ਪੇੜ 'ਚ ਪੂਰੀ ਤਾਕਤ ਝੋਕੀ ਹੋਈ ਹੈ। ਰਾਜਸਥਾਨ ਤੋਂ ਕਾਂਗਰਸ ਦੇ ਦਿੱਗਜ ਲੀਡਰ ਸਚਿਨ ਪਾਇਲਟ ਪੰਜਾਬ 'ਚ ਚੋਣ ਪ੍ਰਚਾਰ ਕਰਨ ਪਹੁੰਚੇ।
ਪਾਇਲਟ ਨੇ ਦਾਅਵਾ ਕੀਤਾ ਕਿ ਇਸ ਵਾਰ ਫਿਰ ਸੂਬੇ 'ਚ ਕਾਂਗਰਸ ਦੀ ਸਰਕਾਰ ਬਣੇਗੀ ਤੇ ਲੋਕ ਕਾਂਗਰਸ ਨੂੰ ਪਰਫਾਰਮੈਂਸ ਦੇ ਆਧਾਰ ਤੇ ਵੋਟ ਦੇਣਗੇ। जी आपसे जानना चाहूँगा, सबसे पहला यही सवाल है कि 5 साल कांग्रेस की गवर्नमेंट रही है अभी, और 4.5 साल कैप्टन आपके रहे, वो आपकी पार्टी को छोड़ करके चले गए। आप जो मैदान के अंदर जा रहे हैं 111 दिन के कामों को लेकर के जा रहे हैं, जनता किस तरह से विश्वास कर पाएगी, क्योंकि 4.5 साल भी उन्होंने गवर्नमेंट तो कांग्रेस की ही थी। देखिए, ये बात सही है कि जनता ने बहुत आशीर्वाद दिया 5 साल पहले और जब मुख्यमंत्री बदलने की बात आई तो विधायकों की राय बनी कि हमें परिवर्तन चाहिए, और उन बातों को सुनकर आलाकमान ने निर्णय लिया। दुर्भाग्यवश कैप्टन साहब अब कांग्रेस पार्टी में है नहीं, अपने अलग दल उन्होंने बना लिया है, लेकिन कांग्रेस का जो पिछले 3 महीने का काम रहा, सरकार का, मुख्यमंत्री का, और हमारा जो अगले 5 साल का विजन है, उन सबको देख के मुझे लगता है कि पब्लिक, क्योंकि पंजाब में इस बार बहुत से दल चुनाव लड़ रहे हैं। अकाली दल बसपा लड़ रही है, बीजेपी TLC लड़ रही है, आम आदमी पार्टी लड़ रही है, तो बहुत ज़्यादा चुनाव इस बार पार्टियां लड़ रही हैं। लेकिन जो पुरानी पार्टी है, जिस पे लोगों का विश्वास है, जो दिग्गज नेता हमारे चुनाव लड़ रहे हैं, मुझे लगता है मैनिफेस्टो के आधार पर और हमारे पिछले स्पेशली जो 3 महीने का काम हुआ, उसमें जो गरीब तबका है, मिडिल क्लास है, किसान वर्ग है, उससे लोग संतुष्ट मुझे लग रहे हैं। और इस बार पूरा आशीर्वाद मिलेगा जब पोलिंग होगी और 10 मार्च को परिणाम आएंगे, तो भारी बहुमत के साथ हम लोग सरकार बनाने में कामयाब रहेंगे। आपकी पार्टी ने मुख्यमंत्री के चेहरे को लेकर के काफ़ी मंथन किया, और काफ़ी मंथन करने के बाद चरणजीत सिंह चन्नी जो अभी फिलहाल मुख्यमंत्री हैं, उनको मुख्यमंत्री का चेहरा घोषित किया। क्या लगता है, कुछ फ़ायदा हुआ, नुकसान होगा? फ़ायदा होगा ना, इसमें क्लैरिटी आ गई एक तो, क्योंकि विरोधी पार्टियां बोलती थी कि चन्नी जी को हमने मुख्यमंत्री बनाया है, सिर्फ नाइट्स वॉचमैन हैं और 3 महीने के लिए बनाया है। लेकिन अब पार्टी ने, हालांकि आमतौर पर पार्टी ऐसा निर्णय लेती नहीं है, लेकिन इस बार वर्कर्स की डिमांड थी और सिचुएशन ऐसी बन गई कि इस बार कांग्रेस ने कहा कि हम चुनाव जीतने के बाद इन्हीं के नेतृत्व में सरकार बनाएंगे। तो उससे क्लैरिटी आई है। लोगों को जो विपक्ष का जो आरोप लगता था कि ये सिर्फ दिखावा कर रहे हैं, एक दलित को मुख्यमंत्री बनाया है, पहली बार 70 साल में एक दलित मुख्यमंत्री बना है, तो उसको कंटिन्यू करना और ताकत देना, जो बात राहुल जी, प्रियंका जी बोल रहे हैं, उसको वर्कर्स के सेंटिमेंट्स को वो रिफ्लेक्ट करते हैं। और मुझे लग रहा है इस बात का निश्चित फ़ायदा होगा। और पंजाब के अंदर, क्योंकि बाकी दलों का भी बड़ा क्लियर एजेंडा था कि कौन चेहरा होगा CM फेस का, इसलिए कांग्रेस पार्टी ने परिपाटी तोड़ते हुए ये निर्णय लिया और इसका पॉलिटिकल फ़ायदा मिलेगा। क्लैरिटी तो आप लोगों ने दे दी है, लेकिन आपकी जो पार्टी के अंदर ही उलझ करके रह गए हैं, नवजोत सिद्धू हैं, नेता हैं, आपकी पार्टी के प्रदेश अध्यक्ष हैं, वो उनकी जो धर्मपत्नी है वही कहती हैं कि राहुल गांधी के फैसले के ऊपर सवाल उठाती हैं कि गलत है फैसला, कहीं भी फैसला नहीं है। मुझे लगता नहीं कि राहुल गांधी जी का फैसला नहीं है, ये उन्होंने फीडबैक लिया है वर्कर से, MLA से, और तमाम डिस्कशंस करने के बाद पार्टी ने निर्णय लिया है। ये किसी एक व्यक्ति का निर्णय नहीं है, और मुझे लगता नहीं कि किसी व्यक्ति ने उसका विरोध किया है। ठीक है, अलग अलग लोगों की सोच हो सकती है, लेकिन वंस पार्टी मन बना लेती है, एक डिसीजन ले लेती है, फिर उसके साथ सबको साथ जुड़ना पड़ता है। और प्रदेश अध्यक्ष हमारे हैं, वो अच्छे कद्दावर नेता हैं, और पंजाब में उनका बहुत अहम रोल भी है। मुझे लगता है कि सब मिलकर ही लड़ रहे हैं, और इतने बड़े परिवार में अगर कोई 1-2 स्टेटमेंट किसी के आ भी जाते हैं, तो मैं समझता हूँ उसको बहुत ज़्यादा तूल देने की जरूरत नहीं है। सचिन जी, जिस तरह से नवजोत सिद्धू अब केवल अमृतसर ईस्ट जो सीट है उस तक सिमट करके रह गए हैं, जैसे ही मुख्यमंत्री का चेहरा का नाम अनाउंस हुआ वो कहीं नहीं जा रहे हैं, केवल वो कह रहे हैं कि चरणजीत सिंह चन्नी देखेंगे पंजाब, कहीं भी नहीं। ऐसा उन्होंने कभी नहीं कहा। वो प्रदेश के मुखिया हैं और पार्टी ने उनको PCC का प्रेसिडेंट बनाया हुआ है। उन्होंने खूब प्रचार पहले भी किया था, वो खुद कंटेस्ट कर रहे हैं, और वो सीट पे भी तमाम विरोधी मिलकर चुनाव लड़ रहे हैं कांग्रेस के खिलाफ, तो वो कैंपेन कर रहे हैं। जब भी कांग्रेस पूर्व अध्यक्ष राहुल जी का प्रोग्राम होता है, प्रियंका जी का होता है, आज भी साथ वो अमृतसर के साथ ही हैं। ऐसा नहीं कैंपेन नहीं कर रहे हैं, लेकिन खुद का इलेक्शन जीतना होता है हर व्यक्ति को। मैं खुद चुनाव लड़ा हूँ, मैं जानता हूँ, मैं प्रदेश अध्यक्ष भी रहा हूँ, तो अपनी कॉन्स्टिट्यूंसी को कोई छोड़ के चला जाए बाहर, ऐसा कम होता है, लेकिन कैंपेन वो कर रहे हैं, ऐसा नहीं कर रहे हैं। ईडी की रेड की बात करें, क्योंकि लगातार जो विरोधी पार्टियां हैं वो चन्नी जी पर सवाल उठा रही हैं कि चरणजीत सिंह चन्नी खुद रेत माफिया के अंदर शामिल हैं, उनके जो रिश्तेदार हैं, साली के बेटे हैं, तो उनके यहाँ 10 करोड़ रुपए मिलते हैं। किस तरह देखते हैं आप कि खुद जब माफिया के अंदर शामिल हैं तो किस तरह से पंजाब को निर्णय कौन करेगा? अभी चुनाव से पहले एजेंसीज का दुरुपयोग केंद्र सरकार करती है, हर राज्य में करती है, हर चुनाव से पहले करती है। अब तो ये परिपाटी बनी, इट्स बिकम अ फैशन नाउ कि इलेक्शन डिक्लेयर हुआ, विपक्ष के लोगों के पास आप रेड डालो, ईडी, इनकम टैक्स, CBI को भेज दो, डराओ धमकाओ, उनको दबाने की कोशिश करो। लेकिन वो खुद कह चुके हैं सब जांच कर लें, जांच में कोई दिक्कत किसी को नहीं है, और जो जांच अब तक आई है उसमें बताया गया कि कोई इन्वॉल्वमेंट नहीं है। लेकिन इलेक्शन से पहले इस प्रकार से आरोप प्रत्यारोप करना कोई नई बात नहीं है। ਤੇ ਚੋਣ ਪ੍ਰਚਾਰ ਸਿਖਰਾਂ ਤੇ ਹੈ, ਹਰ ਪਾਰਟੀ ਪ੍ਰਚਾਰ ਕਰ ਰਹੀ ਹੈ। ਇਸੇ ਵਿਚਾਲੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਵੱਲੋਂ ਵੀ ਅੱਜ ਵੱਖ-ਵੱਖ ਥਾਵਾਂ ਤੇ ਰੋਡ ਸ਼ੋਅ ਕੱਢ ਕੇ ਚੋਣ ਅਖਾੜਾ ਮਗਾਇਆ ਗਿਆ।
ਚੋਣ ਪ੍ਰਚਾਰ ਦਾ ਆਖਰੀ ਦੌਰ ਸ਼ੁਰੂ ਹੋ ਚੁੱਕਿਆ ਹੈ ਤੇ ਚੋਣਾਂ ਨੂੰ ਚੰਦ ਕੁ ਦਿਨ ਹੀ ਬਚੇ ਨੇ। ਇਸੇ ਵਿਚਾਲੇ ਸਾਰੀਆਂ ਧਿਰਾਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਸਿਆਸੀ ਧਿਰਾਂ ਦੇ ਸਟਾਰ ਪ੍ਰਚਾਰਕ ਸੁਪਰੀਮੋ ਪ੍ਰਧਾਨ ਆਪਣੇ ਉਮੀਦਵਾਰਾਂ ਦੇ ਲਈ ਚੋਣ ਪ੍ਰਚਾਰ ਕਰ ਰਹੇ ਨੇ। ਚੋਣਾਂ ਦੇ ਆਖਰੀ ਹਫ਼ਤੇ ਵਿੱਚ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ ਡੇਰੇ ਲਾਏ ਹੋਏ ਨੇ ਤੇ ਪ੍ਰਚਾਰ ਦਾ ਖੁਦ ਮੋਰਚਾ ਸਾਂਭਿਆ ਹੋਇਆ ਹੈ। ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ਵਿੱਚ ਰੋਡ ਸ਼ੋਅ ਕੱਢਿਆ ਤੇ ਇਸ ਦੌਰਾਨ ਕੇਜਰੀਵਾਲ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਕਰਦੇ ਨਜ਼ਰ ਆਏ। ਨਾਲ ਹੀ ਲੋਕਾਂ ਨੂੰ ਕਿਸੇ ਵੀ ਤਰੀਕੇ ਦੇ ਲਾਲਚ ਵਿੱਚ ਨਾ ਆਉਣ ਲਈ ਵੀ ਕਿਹਾ। वो दारू देने आएंगे, पैसा देने आएंगे, फिसल मत जाना। इस बार पंजाब बचाना है अपने को। पंजाब बचाने के लिए झाड़ू पे वोट देनी है। चुनाव वाले दिन तीसरे नंबर पे ऊपर से बटन है, तीसरे नंबर का बटन दबा के, झाड़ू का बटन तीसरे नंबर पे है, तीसरे नंबर का बटन दबा के यहाँ से भोला ग्रेवाल जी को भारी बहुमत से जिताना है। उधर आम आदमी पार्टी के सीएम उम्मीदवार भगवंत मान भी ताबड़तोड़ कैंपेन कर रहे हैं। मान ने भदौड़ समेत मालवा के कई हलकों में प्रचार किया। कई हलकों में मान ने रोड शो किए। प्रचार दौरान भगवंत मान ने लोगों के नाल वादा करदਿਆਂ कहा कि आप दी सरकार बनने तो बाद बेरोजगारी नहीं रहन देंगे। ਇੰਨੀ ਭਾਰੀ ਗਿਣਤੀ ਚ ਇਹਨਾਂ ਦੇ ਇੱਥੇ ਹੋਣੇ ਮਤਲਬ ਬੇਰੁਜ਼ਗਾਰ ਨੇ। ਪਰ ਇਹਨਾਂ ਨੂੰ ਨੌਕਰੀ ਦੋਗੇ ਕਿਵੇਂ? ਕਿਉਂਕਿ ਸਰਕਾਰ ਤਾਂ ਕਹਿੰਦੀ ਖਜ਼ਾਨਾ ਖਾਲੀ ਹੈ। ਮਨਪ੍ਰੀਤ ਬਾਦਲ ਤਾਂ ਲਗਾਤਾਰ ਕਹਿੰਦੇ ਖਜ਼ਾਨਾ ਖਾਲੀ ਹੈ। ਖਜ਼ਾਨਾ ਖਾਲੀ ਕਰਨ ਵਾਲੇ ਜਦੋਂ ਹਾਰਨਗੇ ਨਾ ਉਹ ਤੋਂ ਬਾਅਦ ਖਜ਼ਾਨਾ ਭਰਿਆ ਜਾਊਗਾ ਇਮਾਨਦਾਰ ਤੇ ਸੱਚੀ ਨੀਤ ਵਾਲੀ ਸਰਕਾਰ ਨਾਲ। ਇੰਡਸਟਰੀ ਵਾਪਸ ਲੈ ਕੇ ਆਵਾਂਗੇ। ਇਸ ਬੁਲੇਟਿਨ 'ਚ ਫਿਲਹਾਲ ਇੰਨਾ ਹੀ। ਛੋਟਾ ਜਿਹਾ ਕਮਰਸ਼ੀਅਲ ਬ੍ਰੇਕ।